ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਿਲਾ ਪੰਜਵਾ। ਹਰ ਨਾਮ ਨਾ ਸਿਮਰਹਿ ਸਾਧ ਸੰਗ, ਤੈ ਤਨ ਉੱਡੈ ਖੇਹਾ। ਜਿਨ ਕੀਤੀ ਤਿਸੈ ਨਾ ਜਾਣਈ, ਨਾਨਕ ਫਿਟ ਅਲੂਣੀ ਦੇਹਾ। ਹਰ ਨਾਮ ਨ ਸਿਮਰਹਿ ਸਾਧ ਸੰਗ, ਤੈ ਤਨ ਉੱਡੈ ਖੇਹਾ। ਜਿਨ ਕੀਤੀ ਤਿਸੈ ਨਾ ਜਾਣਈ, ਨਾਨਕ ਫਿਟ ਅਲੂਣੀ ਦੇਹਾ। ਮਹਿਲਾ ਪੰਜਵਾ। ਘਟ ਵਸੈ ਚਰਨਾਰ ਬਿੰਦ, ਰਸਨਾ ਜਪੈ ਗੋਪਾਲ। ਨਾਨਕ ਸੋ ਪ੍ਰਭ ਸਿਮਰਿਐ, ਇਸ ਦੇਹੀ ਕੋ ਪਾਲ। ਪੌੜੀ। ਆਪੇ 68 ਤੀਰਥ ਕਰਤਾ, ਆਪ ਕਰੇ ਇਸ਼ਨਾਨ। ਆਪੇ ਸੰਜਮ ਵਰਤੈ ਸੁਆਮੀ, ਆਪ ਜਪਾਇ ਨਾਮ। ਆਪ ਦਇਆਲ ਹੋਏ ਭਉ ਖੰਡਨ, ਆਪ ਕਰੈ ਸਭ ਦਾਨ। ਜਿਸਨੂੰ ਗੁਰਮੁਖ ਆਪ ਬੁਝਾਏ, ਸੋ ਸਦ ਹੀ ਦਰਗਾਹ ਪਾਏ ਮਾਨ। ਜਿਸ ਦੀ ਪੈਜ ਰੱਖੈ ਹਰ ਸੁਆਮੀ, ਸੋ ਸੱਚਾ ਹਰਿ ਜਾਨ। ਜਿਸਨੂੰ ਗੁਰਮੁਖ ਆਪ ਬੁਝਾਏ, ਸੋ ਸਦ ਹੀ ਦਰਗਾਹ ਪਾਏ ਮਾਨ। ਜਿਸ ਦੀ ਪੈਜ ਰੱਖੈ ਹਰ ਸੁਆਮੀ, ਸੋ ਸੱਚਾ ਹਰਿ ਜਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ, ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰ ਵਾਲੇ ਸਤਸੰਗੀ ਜਨ ਵਡਭਾਗੇ ਹੋ ਸਤਿਗੁਰਾਂ ਦੀ ਚਰਨ ਸ਼ਰਨ ਦੇ ਵਿੱਚ ਬੈਠ ਕੇ ਇਹਨਾਂ ਪਲਾਂ ਨੂੰ ਸਫਲ ਬਣਾਉਣ ਦਾ ਅਸੀਂ ਯਤਨ ਕਰ ਰਹੇ ਹਾਂ। ਅਪਾਰ ਕਿਰਪਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਜਿਨ੍ਹਾਂ ਨੇ ਟੁੱਟ ਕੇ ਰੋਜ਼ਾਨਾ ਦੀ ਤਰ੍ਹਾਂ ਪਾਵਨ ਪਵਿੱਤਰ ਮੁਖ ਵਾਕ ਜੋ ਅੱਜ ਸਾਡੀ ਝੋਲੀ ਵਿੱਚ ਪਾਇਆ ਹੈ। ਬਿਹਾਗੜੀ ਕੀ ਵਾਰ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੁਆਰਾ ਉਚਾਰਨ ਕੀਤੀ ਹੋਈ। ਇਸ ਵਿੱਚੋਂ ਸਤਿਗੁਰੂ
ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਦੋ ਸ਼ਲੋਕ ਅਤੇ ਪੌੜੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਸਾਨੂੰ ਬਖਸ਼ਿਸ਼ ਹੋਈ ਹੈ। ਇਹ ਪਾਵਨ ਪਵਿੱਤਰ ਬਚਨ ਮੁਬਾਰਕ ਅੰਗ 553 ਅਤੇ 54 ਤੇ ਸਬਾਇਮਾਨ ਹੈ। ਆਓ ਆਰੰਭਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ ਅਦਬ ਸਹਿਤ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਰਮਲ ਜੇਕਰ ਕਿਤੇ ਮਿੱਟੀ ਦਾ ਢੇਰ ਪਿਆ ਹੋਵੇ ਨਾ, ਉਹਦੀ ਇੰਨੀ ਕੀਮਤ ਨਹੀਂ ਪੈਂਦੀ, ਪਰ ਜੇਕਰ ਉਸੇ ਮਿੱਟੀ ਨੂੰ ਇੱਕ ਘੁਮਿਆਰ ਆਪਣੇ ਘਰ ਦੇ ਵਿੱਚ ਲਿਆ ਕੇ ਉਹਨੂੰ ਸੋਹਣੇ ਬਰਤਨਾਂ ਦੀ ਸ਼ੇਪ ਦੇ ਦਿੰਦਾ ਹੈ, ਉਸ ਮਿੱਟੀ ਦੇ ਰਾਹੀਂ ਘੜਾ ਬਣਾ ਦਿੰਦਾ ਹੈ, ਪਲੇਟਾਂ ਬਣਾ ਦਿੰਦਾ ਹੈ, ਗਲਾਸ ਬਣਾ ਦਿੰਦਾ ਹੈ, ਕੁੱਜੇ ਬਣਾ ਦਿੰਦਾ ਹੈ, ਭਾਵ ਵੱਖ-ਵੱਖ ਉਸ ਮਿੱਟੀ ਨੂੰ ਆਕਾਰ ਦੇ ਦਿੰਦਾ ਹੈ। ਉਹੀ ਮਿੱਟੀ ਫਿਰ ਇੰਨੀ ਕੀਮਤੀ ਹੋ ਜਾਂਦੀ ਹੈ, ਫਿਰ ਮਾਰਕੀਟ ਦੇ ਵਿੱਚ ਜਾ ਕੇ ਉਸ ਮਿੱਟੀ ਦਾ ਜਿਹੜਾ ਨਾ ਅਸਲ ਦੇ ਵਿੱਚ ਆਕਾਰ ਹੀ ਉਹਦੀ ਕੀਮਤ ਬਣ ਜਾਂਦੀ ਹੈ। ਮਿੱਟੀ ਨੂੰ ਕਹਿਣ ਦੀ ਫਿਰ ਲੋੜ ਨਹੀਂ ਪੈਂਦੀ ਕਿ ਆਓ ਅਸਲ ਦੇ ਵਿੱਚ ਏਦਾਂ ਮੈਨੂੰ ਲੈ ਜਾਓ ਜਾਂ ਫਿਰ ਮੇਰੀ ਇੰਨੀ ਕੀਮਤ ਹੈ ਜੀ। ਉਹਦੀ ਸ਼ੇਪ, ਉਹਦਾ ਆਕਾਰ ਹੀ ਫਿਰ ਜਿਹੜਾ ਦਰਸਾਉਂਦਾ ਹੈ ਕਿ ਹਾਂ ਇਹ ਇੰਨੀ ਕੀਮਤੀ ਹੋਏਗੀ। ਧਰਮ ਦੀ ਦੁਨੀਆ ਅੰਦਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜਿਹੜੀ ਗੱਲ ਸਾਨੂੰ ਦ੍ਰਿੜ ਕਰਵਾਈ ਹੈ, ਮਾਲਕ ਜੀ ਕਹਿਣ ਲੱਗੇ ਇਹ ਸਰੀਰ ਵੀ ਇੱਕ ਮਿੱਟੀ ਹੈ ਤੇ ਇਸ ਮਿੱਟੀ ਦੀ ਜੇਕਰ ਕੀਮਤ ਅਸੀਂ ਚਾਹੁੰਦੇ ਹਾਂ ਕਿ ਪੈ ਜਾਵੇ, ਇੱਕ ਤੇ ਇਹ ਪੱਖ ਹੈ ਅਸੀਂ ਆਪਣੀ ਜ਼ਿੰਦਗੀ ਭੋਗੀ ਹੈ ਜਾਂ ਭੋਗ ਰਹੇ ਹਾਂ, ਜਿਤਨੀ ਕੁ ਮਾਲਕ ਨੇ ਬਖਸ਼ੀ ਇਹ ਆਰਬਲਾ ਅਸੀਂ ਭੋਗ ਕੇ ਇੱਕ ਦਿਨ ਜਿਹੜਾ ਹੈ ਸਵਾਸ ਅਸੀਂ ਛੱਡ ਜਾਣੇ, ਸਰੀਰ ਇੱਥੇ ਪਿਆ, ਸਵਾਸ ਮੁੱਕ ਜਾਣੇ ਤੇ ਇਸੇ ਸਰੀਰ ਨੂੰ ਫਿਰ ਸ਼ਮਸ਼ਾਨ ਭੂਮੀ ਅੰਦਰ ਲਿਜਾ ਕੇ ਅਗਨ ਭੇਟ ਕਰ ਦਿੱਤਾ ਜਾਣਾ। ਚੰਦ ਮਿੰਟ ਜਾਂ ਚੰਦ ਘੰਟਿਆਂ ਬਾਅਦ ਇਹੋ ਸਰੀਰ ਇੱਕ ਸਵਾਹ ਦੇ ਰੂਪ ਅੰਦਰ ਸਾਨੂੰ ਦਿਖੇਗਾ। ਫਿਰ ਅਗਲੇ ਦਿਨ ਇਕੱਠਿਆਂ ਕਰਕੇ ਤੇ ਜਲ ਪ੍ਰਵਾਹ ਕਰ ਆਉਣਾ। ਇੱਥੇ ਕਹਾਣੀ ਖਤਮ ਹੋ ਜਾਂਦੀ ਹੈ। ਇੱਕ ਦੂਸਰਾ ਪੱਖ ਇਹ ਹੈ, ਜਦੋਂ ਜੀਵ ਕਮਾਈ ਵਾਲਾ ਇਸ ਸੰਸਾਰ ਤੋਂ ਜਾਂਦਾ ਹੈ, ਕਹਿਣ ਤੋਂ ਭਾਵ ਉਦਾਹਰਣ ਮੈਂ ਇਸੇ ਲਈ ਦਿੱਤੀ ਹੈ ਜਿਹਦੀ ਜ਼ਿੰਦਗੀ ਗੁਣਾਂ ਦੇ ਨਾਲ ਭਰਪੂਰ ਹੈ, ਜਿਹਨੇ ਭਲੇ ਕਾਰਜ ਕੀਤੇ ਨੇ, ਜਿਹੜਾ ਸੰਸਾਰ ਦੇ ਅੰਦਰ ਜਿਹੜਾ ਹੈ ਆ ਕੇ ਪਰਉਪਕਾਰ ਦੀ ਭਾਵਨਾ ਦੇ ਨਾਲ ਵਿਚਰਦਾ ਰਿਹਾ ਹੈ। ਅਸਲ ਦੇ ਵਿੱਚ ਉਹ ਹੋਵੇ ਭਾਵੇਂ ਨਾ ਹੋਵੇ, ਉਹਦੀ ਮੌਜੂਦਗੀ ਅਸਲ ਦੇ ਵਿੱਚ ਇੰਨੇ ਮਾਇਨੇ ਨਹੀਂ ਰੱਖਦੀ ਜਿੰਨਾ ਕਿ ਉਹਦੇ ਕੀਤੇ ਗਏ ਪਰਉਪਕਾਰ, ਜੋ ਉਹਦਾ ਕਾਰਜ ਹੈ ਅਸਲ ਦੇ ਵਿੱਚ ਉਸ ਸੰਸਾਰ ਦੇ ਜ਼ਿਹਨ ਦੇ ਵਿੱਚ ਹੁੰਦਾ ਹੈ ਕਿ ਹਾਂ ਉਹਨੇ ਆਪਣੀ ਇਸ ਦੇਹੀ ਦੀ ਜਿਹੜਾ ਹੈ ਕੀਮਤ ਪਵਾ ਲਈ ਹੈ। ਲੋਕੀ ਯਾਦ ਕਰਦੇ ਨੇ, ਇਸ ਕਰਕੇ ਮਾਲਕ ਜੀ ਬਾਰ-ਬਾਰ ਇਹ ਗੱਲ ਸਾਨੂੰ ਦ੍ਰਿੜ ਕਰਵਾਉਂਦੇ ਨੇ। ਬਾਬਾ ਕਬੀਰ ਜੀ ਦਾ ਜੇਕਰ ਬਚਨ ਪੜ੍ਹੋਗੇ, ਗੁਰੂ ਬਾਬਾ ਜੀ ਕਹਿੰਦੇ ਕਬੀਰ ਮਾਟੀ ਕੇ ਹਮ ਪੁੱਤਰੇ ਮਾਨਸ ਰਾਖਿਓ ਨਾਮ, ਹੈ ਤੇ ਅਸੀਂ ਮਿੱਟੀ ਦੇ, ਨਾਮ ਸਾਡਾ ਮਨੁੱਖ ਰੱਖ ਦਿੱਤਾ ਜੀ। 4 ਦਿਵਸ ਕੇ ਪਾਹੁਨੇ, 4 ਦਿਨਾਂ ਦੇ ਅਸੀਂ ਪ੍ਰਾਹੁਣੇ। ਮਾਲਕ ਨੇ ਜਾਂ ਇੱਕ ਰਾਤ ਦੀ ਗੱਲ ਕੀਤੀ ਹੈ, ਜਾਂ ਇੱਕ ਸਵਾਸ ਦੀ ਗੱਲ ਕੀਤੀ ਹੈ, ਜਾਂ 4 ਦਿਨਾਂ ਦੀ ਗੱਲ ਕੀਤੀ ਹੈ, ਵੱਧ ਤੋਂ ਵੱਧ 10 ਦਿਨਾਂ ਦੀ ਗੱਲ ਕੀਤੀ ਹੈ। ਬਸ ਦਰਸਾਇਆ ਇਹੋ ਹੀ ਹੈ ਕਿ ਤੂੰ ਚੰਦ ਕੁ ਦਿਨਾਂ ਦਾ ਹੈ ਸੰਸਾਰ ਤੇ, ਐਸਾ ਕਾਰਜ ਕੋਈ ਕਰ ਲੈ ਤੇਰੇ ਜਾਣ ਤੋਂ ਬਾਅਦ ਵੀ ਅਸਲ ਦੇ ਵਿੱਚ ਇਸ ਦੇਹੀ ਦੀ ਕੀਮਤ ਪੈ ਜਾਵੇ, ਸੰਸਾਰ ਤੈਨੂੰ ਜਿਹੜਾ ਹੈ ਚੇਤੇ ਕਰੇ, ਤੇਰੀ ਕਮੀ ਮਹਿਸੂਸ ਕਰੇ। ਨਹੀਂ ਤੇ ਫਿਰ ਉਹ ਪਹਿਲਾ ਪੱਖ ਜਿਹੜਾ ਦਰਸਾਇਆ ਬਸ ਉਦਾਂ ਹੀ ਹੋਣਾ, ਹੋਰ ਕੁਛ ਨਹੀਂ ਹੋਣਾ। ਇਸ ਕਰਕੇ ਮਾਲਕ ਜੀ ਅਜਿਹੋ ਹੀ ਗੱਲ ਦ੍ਰਿੜ ਕਰਵਾ ਰਹੇ ਨੇ, ਭਲਿਓ
ਸਤ ਸੰਗਤ ਵਿੱਚ ਬੈਠ ਕੇ ਜਿਹੜੇ ਵਾਹਿਗੁਰੂ ਦਾ ਨਾਮ ਨਹੀਂ ਸਿਮਰਦੇ, ਅਖਰੀ ਅਰਥੇ ਦੇ ਨੇ, ਉਹਨਾਂ ਨੂੰ ਫਿਟਕਾਰਾਂ ਪੈਂਦੀਆਂ ਨੇ, ਉਹਨਾਂ ਦੇ ਜੀਵਨ ਨੂੰ ਤਰਕਾਰ ਹੈ। ਉਹ ਅਸਲ ਦੇ ਵਿੱਚ ਤਿਰਕਾਰਯੋਗ ਨੇ, ਫਿਟਕਾਰਯੋਗ ਨੇ, ਜਿਹੜੇ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦੇ ਸਤ ਸੰਗਤ ਵਿੱਚ ਬੈਠ ਕੇ। ਇਹਦਾ ਭਾਵ ਕਿ ਸਿਮਰਨ ਦੀ ਬਰਕਤ ਹੈ ਜੋ ਮਾਲਕ ਦ੍ਰਿੜ ਕਰਵਾ ਰਿਹਾ ਹੈ। ਸਾਡੀ ਜ਼ਿੰਦਗੀ ਵਿੱਚ ਸਿਮਰਨ ਕਿਤਨਾ ਜ਼ਰੂਰੀ ਹੈ, ਕਿਤਨਾ ਮਾਇਨੇ ਰੱਖਦਾ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਇਹ ਗੱਲ ਕਹਿਣੀ ਪਈ ਕਿ ਸਤ ਸੰਗਤ ਵਿੱਚ ਕੇਵਲ ਵਾਹਿਗੁਰੂ ਦਾ ਨਾਮ। ਜੇ ਚੌਥੇ ਪਾਤਸ਼ਾਹ ਜੀ ਦੀ ਵਿਚਾਰ ਪੜਾਂਗੇ, ਉਹਨਾਂ ਨੇ ਤਾਂ ਸਪਸ਼ਟ ਇਹ ਗੱਲ ਕਹੀ ਹੈ ਕਿ ਅਸਲ ਦੇ ਵਿੱਚ ਜਿਹੜਾ ਹੈ ਸਤ ਸੰਗਤ ਵਿੱਚ ਵਾਹਿਗੁਰੂ ਦੇ ਨਾਮ ਦੀ ਵਡਿਆਈ ਹੀ ਹੋਣੀ ਚਾਹੀਦੀ ਹੈ, ਉਸ ਤੋਂ ਇਲਾਵਾ ਕੁਛ ਨਹੀਂ। ਕਿਉਂਕਿ ਵਡਿਆਈ ਦੇ ਨਾਲ ਹੀ ਸਾਡੀ ਵਡਿਆਈ ਸੰਸਾਰ ਦੇ ਵਿੱਚ ਹੋਏਗੀ। ਜੇ ਸਾਡਾ ਕਰਮ ਚੰਗਾ ਹੈ, ਸਾਡਾ ਸੁਭਾਅ ਚੰਗਾ ਹੈ, ਸਾਡੇ ਕੋਲ ਗੁਣ ਚੰਗੇ ਨੇ ਗੁਰੂ ਦੁਆਰਾ ਬਖਸ਼ਿਸ਼ ਕੀਤੇ ਹੋਏ, ਖੁਦ ਬ ਖੁਦ ਫਿਰ ਸੰਸਾਰ ਦੇ ਅੰਦਰ ਜਿਹੜਾ ਹੈ ਨਾ, ਉਹ ਸਾਡੀ ਰਿਸਪੈਕਟ ਆਪੇ ਬਣ ਜਾਂਦੀ ਹੈ। ਇਸ ਕਰਕੇ ਬਾਰ-ਬਾਰ ਮਾਲਕ ਸਮਝਾਉਂਦੇ ਨੇ, ਹਰ ਨਾਮ ਨ ਸਿਮਰਹਿ ਸਾਧ ਸੰਗ, ਵਾਹਿਗੁਰੂ ਦੇ ਨਾਮ ਨੂੰ ਜੋ ਨਹੀਂ ਸਿਮਰਦੇ ਸਤ ਸੰਗਤ ਵਿੱਚ ਬੈਠ ਕੇ, ਤੈ ਤਨ ਉੱਡੈ ਖੇਹ, ਉਹ ਸਰੀਰ ਤੇ ਮਨ ਨੂੰ ਕੀ ਸਵਾਹ ਪੈਂਦੀ ਹੈ। ਭਾਵ ਅਰਥ ਦਾ ਇਹ ਹੈ ਕਿ ਉਹਨੂੰ ਫਿਟਕਾਰਾਂ ਪੈਂਦੀਆਂ ਨੇ, ਉਹਦਾ ਆਇਆ ਹੋਇਆ ਸੰਸਾਰ ਤੇ ਕਹਿ ਲੋ ਕਿ ਵਿਅਰਥ ਹੈ, ਜਿਹਨੇ ਰੱਬ ਦਾ ਨਾਮ ਹੀ ਨਹੀਂ ਜਪਿਆ। ਇਸ ਕਰਕੇ ਅਸੀਂ ਉਸ ਵਕਤ ਨੂੰ ਸਮਝ ਲਈਏ ਜੋ ਉਦਾਹਰਣ ਪਹਿਲਾਂ ਦਾਸ ਨੇ ਆਪ ਜੀ ਦੇ ਸਨਮੁਖ ਰੱਖ ਦਿੱਤੀ ਗਈ ਸੀ, ਇਸ ਵਿਸ਼ੇ ਨੂੰ ਅਸੀਂ ਸਮਝ ਜਾਈਏ। ਨਾਰਮਲ ਮਿੱਟੀ ਦੀ ਕੋਈ ਕੀਮਤ ਨਹੀਂ, ਪੈਰਾਂ ਥੱਲੇ ਰੁਲਦੀ ਹੈ, ਲੋਕੀ ਰੋਲਦੇ ਨੇ, ਪਰ ਉਸੇ ਮਿੱਟੀ ਨੂੰ ਜੇਕਰ ਚੁੱਕ ਕੇ ਇੱਕ ਵਿਦਵਾਨ ਨੇ ਤੇ ਇੱਥੋਂ ਤੱਕ ਵੀ ਉਦਾਹਰਨ ਦਿੱਤੀ, ਕਹਿਣ ਲੱਗੇ ਮਿੱਟੀ ਵਿੱਚ ਰੁਲਣ ਵਾਲੀ ਆ ਜਿਹੜਾ ਮਿੱਟੀ ਹੈ ਨਾ, ਇਹ ਪੈਰਾਂ ਵਿੱਚ ਰੁਲਣ ਵਾਲੀ ਜਿਹੜੀ ਮਿੱਟੀ ਹੈ, ਜੇਕਰ ਕੋਈ ਆਕਾਰ ਦੇਣ ਵਾਲਾ ਇਹਨੂੰ ਸੋਹਣਾ ਆਕਾਰ ਦੇ ਕੇ ਇੱਕ ਮੂਰਤੀ ਬਣਾ ਦੇਵੇ ਤੇ ਮੂਰਤੀ ਬਣਾ ਕੇ ਤੇ ਇੱਕ ਜਗ੍ਹਾ ਤੇ ਰੱਖ ਦੇਵੇ, ਲੋਕੀ ਉਹਦੇ ਅੱਗੇ ਮੱਥਾ ਟੇਕਣ ਲੱਗ ਪੈਂਦੇ ਨੇ, ਉਹਨੂੰ ਨਮਸਕਾਰਾਂ ਕਰਨ ਲੱਗ ਪੈਂਦੇ ਨੇ। ਹੈ ਤੇ ਮਿੱਟੀ, ਹੈ ਤੇ ਕੁਛ ਨਹੀਂ, ਪਰ ਉਹਨੂੰ ਸ਼ੇਪ ਦੇ ਦਿੱਤੀ ਗਈ, ਉਹਨੂੰ ਇੱਕ ਆਕਾਰ ਸੋਹਣਾ ਦੇ ਦਿੱਤਾ ਗਿਆ, ਜਿਸ ਕਰਕੇ ਉਹਦੀ ਉਸ ਮਿੱਟੀ ਦੀ ਵੀ ਕਹਿ ਲੋ ਕੀਮਤ ਪੈ ਗਈ। ਲੋਕੀ ਜਿਹੜਾ ਹੈ ਰੱਬ ਬਣਾ ਕੇ ਉਹਨੂੰ ਪੂਜਣ ਲੱਗ ਪਏ ਕਿ ਇਹ ਰੱਬ ਹੈ। ਸਤਿਗੁਰੂ ਜੀ ਕਹਿੰਦੇ ਆਹ ਮਿੱਟੀ ਵੀ ਵੇਖ, ਹਾਲੇ ਤੇ ਕੋਈ ਕੀਮਤ ਨਹੀਂ ਪੈ ਸਕਦੀ। ਕਦੋਂ? ਜਦੋਂ ਜ਼ਿਹਨ ਦੇ ਵਿੱਚ ਪਰਮਾਤਮਾ ਦਾ ਨਾਮ ਹੋਏਗਾ। ਕਰੋ ਆਪਣਾ ਕਾਰ ਵਿਹਾਰ, ਸੰਸਾਰ ਵਿੱਚ ਵਿਚਰੋ, ਪਰਿਵਾਰ ਵਿੱਚ ਵਿਚਰੋ, ਪਰ ਕਦੀ ਵੀ ਜਿਹੜਾ ਹੈ ਧਰਮ ਤੇ ਧਾਰਮਿਕ ਸਿਧਾਂਤਾਂ ਨੂੰ ਭੁੱਲਿਓ ਨਾ। ਮਾਲਕ ਦੀ ਜੋ ਇਬਾਦਤ ਹੈ ਮਾਲਕ ਨੇ ਦਰਸਾਈ ਹੈ, ਅਸਲ ਦੇ ਵਿੱਚ ਉਹਨੂੰ ਜਿਹੜਾ ਹੈ ਹਰ ਵਕਤ ਆਪਣੇ ਅੰਦਰ ਰੱਖਣਾ ਹੈ, ਨਹੀਂ ਤੇ ਸਤਿਗੁਰੂ ਜੀ ਕਹਿੰਦੇ ਸਰੀਰ ਨੂੰ ਫਿਟਕਾਰਾਂ ਹੀ ਪੈਂਦੀਆਂ ਨੇ, ਔਰ ਕੁਛ ਨਹੀਂ। ਅੱਗੇ ਮਾਲਕ ਸਮਝਾਉਂਦੇ ਨੇ, ਜਿਨ ਕੀਤੀ ਤਿਸੈ ਨਾ ਜਾਣਈ, ਜਿਹਨੇ ਪੈਦਾ ਕੀਤੀ, ਭਾਵ ਜਿਹਨੇ ਭੇਜਿਆ ਸੰਸਾਰ ਤੇ ਸਾਨੂੰ, ਇਹ ਉਹਦੀ ਕਲਾ ਹੈ, ਉਹਦੀ ਕਰਾਮਾਤ ਹੈ ਕਿ ਮਿੱਟੀ ਵਿੱਚ ਜੋਤ ਰੱਖ ਕੇ ਮਾਲਕ ਕਿਵੇਂ ਚਲਾ ਰਿਹਾ ਹੈ। ਸਾਡੀ ਸਮਝ ਤੋਂ ਪਰੇ ਇਹ ਬਾਤਾਂ ਕਿ ਸਰੀਰ ਕਿਵੇਂ ਚੱਲ ਰਿਹਾ ਹੈ, ਕੀ ਕੁਝ ਜਿਹੜਾ ਹੈ ਅਸਲ ਦੇ ਵਿੱਚ ਅੰਦਰ ਹੈ, ਕਿਵੇਂ ਇਹ ਸਰੀਰ ਦੀ ਬਣਤਰ ਬਣੀ ਹੋਈ ਹੈ। ਤੇ ਵਿਦਵਾਨਾਂ ਸਾਇੰਸ ਮੁਤਾਬਕ ਇੱਥੋਂ ਤੱਕ ਵੀ ਹੈ ਕਿ ਸਾਡੇ ਸਰੀਰ ਵਿੱਚ ਇੰਨੀਆਂ ਨਾੜੀਆਂ ਨੇ ਕਿ ਧਰਤੀ ਦੇ 3 ਚੱਕਰ ਲੱਗ ਸਕਦੇ। ਹੁਣ ਇੰਨੀ ਕੁ ਬੋਡੀ ਦੇ ਵਿੱਚ ਕਿੱਥੇ ਕਿੱਥੇ ਮਾਲਕ ਨੇ ਜਿਹੜਾ ਹੈ ਇਸ ਪ੍ਰਕਾਰ ਇਸ ਰਚਨਾ ਕੀਤੀ ਹੋਈ ਹੈ, ਇਹ ਸਭ ਸਮਝ ਤੋਂ ਪਰੇ ਹੈ। ਇਸ ਕਰਕੇ ਮਾਲਕ ਕਹਿੰਦੇ ਜਿਨਨੇ ਪੈਦਾ ਕੀਤਾ ਹੈ, ਜਿਨਨੇ ਅਸਲ ਦੇ ਵਿੱਚ ਇਸ ਸੰਸਾਰ ਤੇ ਭੇਜਿਆ ਹੈ, ਉਹਨੂੰ ਜਾਣਦੇ ਹੀ ਨਹੀਂ, ਉਹਨੂੰ ਪਛਾਣਦੇ ਹੀ ਨਹੀਂ।
कि रब कुछ है ही नहीं, ना गुरु की इबादत ना रब का शुकराना। सतगुरु जी कहन लगे जेकर इदां ही रहा फिर चेते रखी नानक फिट अलूणी देह बेसवादी। अलूणी का अर्थ आप समझते, बेसवादी भाव इस जीवन दे विच कोई स्वाद नहीं होएगा, बेसवादा जीवन होएगा, फिक्कापन होएगा जिंदगी विच, मिठास नहीं होएगी, गुण नहीं होएगा, शरीर औगुणा दे नाल भरिया रहेगा। इस करके सतगुरु जी कहंदे उस परमात्मा नूं सिमर जिस रब ने इस संसार ते तैनूं भेजिया है। महला पंजवां घट वसै चरनार बिंद रसना जपै गोपाल। हिरदे विच गुरु परमात्मा दे सोहणे चरण वसात ते जुबान दे नाल रसना जपै गोपाल। धरती नूं पालण वाला गोपाल भाव अकाल पुरख वाहिगुरू उस परमात्मा नूं रसना राही जपना कर। नानक सो प्रभ सिमरिਐ, उस रब दा सिमरन कर, उस परमात्मा दी बंदगी विच जुड़। तिस देही को पाल। इहदे दो अर्थ विद्वानां ने कीते ने। एक ते इस देही नूं जो पाल रहा है भाव रब ओदा सिमरन कर। दूसरा अर्थ विद्वानां ने कीता है इस देही नूं तू तां पाल तां जो असीं रब दी इबादत कर सकीए। केवल खा पी लिया, सौ लिया, हंडा लिया, इत्थों तक सीमत ना रखीए इस देही नूं। असीं इहनूं पालीए तां अपने अंदर अपने जिहड़ा चित विच इह गल रख के मना ये देही नूं मैं तां पाल रहा क्योंकि गुरु रामदास पातशाह महाराज कहंदे ये देही जिहड़ी है ना एक घोड़ी की तरह है ते असीं संसार तो निरंकार दे दर ते जाना है, रब दे दरवाजे ते पहुंचना है, रब दी दरगाह विच कबूल होना है। ते सफर असीं इस देही ते करना है, भाव देही रूप जिहड़ा है घोड़ी ते करना है। ते हुण घोड़ी नूं जेकर असीं रस्ते ते चलाउणा है, मंजिल ते पहुंचना है, ते उहनूं ते पालना ते पैना ही। चारा पट्ठा जिहड़ा जो भी है वो सानूं देना पैना समय समय सिर, नहीं ते जिहड़ा नहीं चलेगी। देह तेज नड़ी राम पाइया राम, घोड़ियां पढ़ोगे पावन बाणी ਉਹਦੇ ਵਿੱਚ सतगुरु जी ने सारा कह लो कि दृश्य सानू जिहड़ा दृढ़ करवाया है कि आ देही एक घोड़ी की तरह है जिते बैठ के असीं रब तक पहुंचना है। इसलिए मालिक जी कहन लगे इस देही नूं पालन दा भाव अपने अंदर ये रख के मैं रब नूं ध्याउणा है, रब दी इबादत इस जीवन दे विच रहिंदियां होइयां मैं परमात्मा दी सिफतो सलाह करके रब नूं प्राप्त करना है। पौड़ी आपे 68 तीरथ करता, परमात्मा आप ही जिहड़ा है ना सब कुछ करन दे समर्थ। 68 तीरथ भी वही बनाउण वाला है। आप करे इशनान, सड़गुण स्वरूप दे विच सारियां विच विचर के इशनान भी वो आप ही करदा है। आपे संजम वरतै स्वामी, जुगती दे नाल भी वो आप ही वरत रहा है, संजम दे विच आप ही वरत रहा है। आप जपाए नाम, नाम जपदा ते जपाउंदा वो आप ही है। आप दयाल होए पौखंडन, आप करे सब दान। परमात्मा दया दे विच हमेशा रहिंदा है ते दया दे घर विच आके साडे अंदरों जिहड़ा है डर नूं नाश करन वाला वो वाहिगुरू परमात्मा आप ही है ते दान पुण्य करन वाला भी वो आप ही है। जिसनों गुरमुख आप बुझाए, जिन्हां नूं गुरु दे राही परमात्मा ये समझ बख्शिश कर दिंदा है, सो सद ही दरगाह पाए मान। सच्ची दरगाह दे विच फिर वो आदर मान प्राप्त करदे ने। अखीर विच मालक कहंदे जिस दी पैज रखै हर स्वामी, सो सच्चा हर जान। जिहदी लाज जिहदी इज्जत रब आप रखदा है ना, असल दे विच ओदा पहली गल ते कोई कुछ नहीं बिगाड़ सकदा, भावें दुनिया वाह ला लवे अपनी।
ਪੰਜਵੇਂ ਪਾਤਸ਼ਾਹ ਜੀ ਨੇ ਬੜਾ ਪਿਆਰਾ ਬਚਨ ਸਾਨੂੰ ਇਹ ਦ੍ਰਿੜ ਕਰਵਾਇਆ ਇਸ ਪੱਖੋਂ। ਗੁਰੂ ਪਰਮਾਤਮਾ ਨਿਆਸਰਿਆਂ ਦਾ ਆਸਰਾ ਹੈ, ਅਨਾਥਾਂ ਦਾ ਨਾਥ ਹੈ। ਕੋਈ ਆਸਰਾ ਨਾ ਹੋਵੇ, ਅੰਦਰ ਤੋਂ ਵਿਸ਼ਵਾਸ ਰੱਖ ਕੇ ਗੁਰੂ ਪਰਮਾਤਮਾ ਅੱਗੇ ਅਰਦਾਸ ਕਰ ਦਿਓ, ਮਾਲਕ ਕਿਰਪਾ ਕਰ ਦੇਗਾ। ਬਚਨ ਆਪ ਜੀ ਨੂੰ ਯਾਦ ਹੈ, ਜਾਕੋ ਮੁਸ਼ਕਿਲ ਅਤ ਬਨੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣ ਸਾਥ ਪੇ ਭੱਜ ਖਲੇ, ਸਭੋ ਭਜੈ ਆਸਰਾ ਚੁੱਕੈ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਲੱਗੇ ਨ ਤਤੀ ਵਾ। ਇਹ ਭਰੋਸਾ ਹੈ, ਜਿਹੜੇ ਰੱਖਦੇ ਨੇ ਉਹਨਾਂ ਤੇ ਕਿਰਪਾ ਹੋ ਜਾਂਦੀ ਹੈ। ਮਾਲਕ ਕਹਿੰਦੇ ਉਹ ਰੱਬ ਦਾ ਸੱਚਾ ਸੇਵਕ ਹੈ ਤੇ ਰੱਬ ਦਾ ਰੂਪ ਹੈ। ਕੌਣ? ਜਿਹਦੀ ਪੈਜ ਪ੍ਰਮਾਤਮਾ ਆਪ ਰੱਖਦਾ ਹੈ ਤੇ ਜਿਹੜੇ ਰੱਬ ਨੂੰ ਹਰ ਵਕਤ ਆਪਣੇ ਅੰਦਰ ਧਿਆਉਂਦੇ ਰਹਿੰਦੇ ਨੇ, ਰੱਬ ਦਾ ਹੀ ਓਟ ਆਸਰਾ ਲੈਂਦੇ ਨੇ। ਸਤਿਗੁਰੂ ਜੀ ਕਹਿਣ ਲੱਗੇ ਪਰਮਾਤਮਾ ਫਿਰ ਉਹਨਾਂ ਨੂੰ ਤਤੀ ਵਾਵ ਨਹੀਂ ਲੱਗਣ ਦਿੰਦਾ। ਗੁਰੂ ਕਿਰਪਾ ਕਰੇ ਬਚਨ ਹਿਰਦਿਆਂ ਵਿੱਚ ਵਸਣ ਜੀ। ਬੇਅੰਤ ਫੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।